कॉन्फ्रेंस ਦੇ ਵਿੱਚ ਸਵਾਗਤ ਆ। ਇਸ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਨ ਵਾਸਤੇ ਸਾਡੇ ਪੰਜਾਬ ਦੇ ਜਨਰਲ ਸਕੱਤਰ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਜੀ ਉਹ ਮੇਰੇ ਖੱਬੇ ਪਾਸੇ ਹੈਗੇ ਆ। ਉਹਨਾਂ ਦੇ ਨਾਲ ਡਾਕਟਰ ਸੰਨੀ ਆਲੂਵਾਲੀਆ ਜੀ ਤੇ ਮੇਰੇ ਸੱਜੇ ਪਾਸੇ ਸ਼ਮਿੰਦਰ ਖਿੰਡਾ ਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨੇ। ਬਤੌਰ ਆਮ ਲੋਕਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦਾ ਇਹ ਫਰਜ਼ ਬਣਦਾ ਆ ਕਿ ਦੇਸ਼ ਦੇ ਵਿੱਚ ਜਿਹੜੀਆਂ ਰਾਜਨੀਤਿਕ ਘਟਨਾਵਾਂ ਜਾਂ ਆਰਥਿਕ ਗਤੀਵਿਧੀਆਂ ਹੁੰਦੀਆਂ ਉਹਨਾਂ ਬਾਰੇ ਆਮ ਲੋਕਾਂ ਨੂੰ ਸੁਚੇਤ ਕੀਤਾ ਜਾਵੇ। ਕੇਂਦਰ ਦੀ ਜਿਹੜੀ ਸਰਕਾਰ ਆ, ਮੋਦੀ ਸਾਹਿਬ ਦੀ ਸਰਕਾਰ ਨੇ, ਉਸਨੇ ਈਵਨ ਸੰਵਿਧਾਨਿਕ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਵੀ ਇੰਨਾ ਕੁ ਪ੍ਰਭਾਵ ਜਾਂ ਕਬਜ਼ਾ ਬਣਾ ਲਿਆ ਹੈ। ਬਹੁਤ ਸਾਰੀਆਂ ਚੀਜ਼ਾਂ ਆਮ ਲੋਕਾਂ ਦੇ ਵਿੱਚ ਉਹ ਆਉਂਦੀਆਂ ਹੀ ਨਹੀਂ, ਉਹ ਉੱਥੇ ਦਬਾ ਦਿੱਤੀਆਂ ਜਾਂਦੀਆਂ ਨੇ। ਇਹ ਤਾਂ ਭਲਾ ਹੋਵੇ ਹਿੰਸਵਰਗ ਵਰਗੀ ਉਸ ਏਜੰਸੀ ਦਾ ਜਿਸ ਨੇ ਇੱਕ ਐਸਾ ਖੁਲਾਸਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਜਿਹੜਾ ਘੁਟਾਲਾ ਹੈਗਾ, ਆਰਥਿਕ ਘੁਟਾਲਾ ਹਿੰਦੁਸਤਾਨ ਦੇ ਵਿੱਚ, ਉਹ ਮੋਦੀ ਸਾਹਿਬ ਦੀ ਛਤਰ ਛਾਇਆ ਦੇ ਹੇਠ ਜਿਹੜਾ ਉਹ ਵਾਪਰ ਰਿਹਾ ਹੈਗਾ। ਹਮ ਦੋ ਹਮਾਰੇ ਦੋ ਦੀ ਜਿਹੜੀ ਸਰਕਾਰ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ, ਇਸ ਨੇ ਹਿੰਦੁਸਤਾਨ ਨੂੰ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਮੰਦਹਾਲੀ ਵੱਲ ਧੱਕਤਾ, ਬਰਬਾਦ ਕਰਕੇ ਰੱਖ ਦਿੱਤਾ ਆ। 2014 ਦੇ ਵਿੱਚ ਜਦੋਂ ਮੋਦੀ ਸਾਹਿਬ ਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਸੱਤਾ 'ਚ ਆਉਂਦੀ ਹੈ ਤਾਂ 53 ਲੱਖ ਕਰੋੜ ਰੁਪਏ ਦਾ ਕਰਜ਼ਾ ਹਿੰਦੁਸਤਾਨ ਦੇ ਜੁੰਮੇ ਸੀ, ਜਿਹੜਾ ਕਿ ਅੱਜ ਵੱਧ ਕੇ 167 ਲੱਖ ਕਰੋੜ ਹੋ ਗਿਆ। ਯਾਨੀ ਕਿ ਪਿਛਲੇ 9 ਸਾਲਾਂ ਦੇ ਵਿੱਚ 114 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜਾ ਲਿਆ। ਇਹ ਕਰਜ਼ਾ ਜਿਹੜਾ ਲਿਆ ਇਹਦਾ ਇਹ ਨਹੀਂ ਦੇਖਣ ਨੂੰ ਮਿਲਿਆ ਕਿ ਇਸ ਦਾ ਕੋਈ ਬੈਨੀਫਿਟ ਜਿਹੜਾ ਹੈਗਾ ਆਮ ਨਾਗਰਿਕ ਨੂੰ ਹੋਇਆ ਹੋਵੇ, ਕਿਸਾਨਾਂ ਨੂੰ ਹੋਇਆ ਹੋਵੇ, ਬਾਰਡਰ ਤੇ ਜਾਣੀ ਕਿ ਸਰਹੱਦਾਂ ਤੇ ਰਾਖੀ ਕਰਦੇ ਨੌਜਵਾਨਾਂ ਨੂੰ ਹੋਇਆ ਹੋਵੇ, ਜਾਂ ਕੋਈ ਦੇਸ਼ ਦੇ ਵਿੱਚ ਬੇਰੁਜ਼ਗਾਰੀ ਨੂੰ ਠੱਲ ਪਈ ਹੋਵੇ। ਬਲਕਿ ਬੇਰੁਜ਼ਗਾਰੀ ਤਾਂ ਅੱਜ ਆਜ਼ਾਦੀ ਤੋਂ ਬਾਅਦ ਸਭ ਤੋਂ ਜਿਹੜਾ ਹੈਗਾ ਉਤਲੇ ਪੱਧਰ ਤੇ ਹੈਗੇ ਆ। ਇਹ ਜਿਹੜੇ ਕਰਜ਼ੇ ਵੀ ਲਏ ਜਾਂਦੇ ਆ ਔਰ ਜਿਹੜੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਉਹ ਇਸ ਤਰੀਕੇ ਨਾਲ ਬਣਾਈਆਂ ਗਈਆਂ ਨੇ ਕਿ ਜਿਹੜੇ ਇਹਨਾਂ ਦੇ ਕਾਰਪੋਰੇਟ ਮਿੱਤਰ ਨੇ, ਜਿਹੜੇ ਕਿ ਸਮੇਂ-ਸਮੇਂ ਤੇ ਪੈਸਾ ਲੈ ਕੇ ਆਮ ਲੋਕਾਂ ਦਾ ਭਜਦੇ ਰਹੇ ਨੇ ਹਿੰਦੁਸਤਾਨ ਦੇ ਵਿੱਚੋਂ, ਇਸ ਤੋਂ ਇਲਾਵਾ ਵੀ 11.5 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਇਹਨਾਂ ਪਿਛਲੇ 9 ਸਾਲਾਂ ਦੇ ਵਿੱਚ ਕਾਰਪੋਰੇਟ ਦਾ ਇਸ ਮੋਦੀ ਦੀ ਸਰਕਾਰ ਨੇ ਜਿਹੜਾ ਉਹ ਮਾਫ ਕੀਤਾ ਹੈ। ਇਸ ਤੋਂ ਵੱਡੀ ਜਾਨੀ ਕਿ ਘਟਨਾ ਹੋਰ ਕੀ ਹੋ ਸਕਦੀ ਹੈ? ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਔਰ ਦੇਸ਼ ਦੇ ਇੱਕ ਕਾਰਪੋਰੇਟ ਹਾਊਸ ਦੇ ਮਾਲਕ ਨੂੰ ਆਪਣੇ ਜਹਾਜ਼ 'ਚ ਬਿਠਾ ਕੇ ਆਸਟ੍ਰੇਲੀਆ ਲੈ ਕੇ ਜਾਵੇ ਤੇ ਉੱਥੇ ਖਾਣ ਦਾ ਠੇਕਾ ਦਿਵਾਵੇ। ਇਸ ਤੋਂ ਵੱਡਾ ਹੋਰ ਸਬੂਤ ਕੀ ਹੈਗਾ ਕਿ ਇਹ ਸਰਕਾਰ ਕਿਹਨਾਂ ਨੂੰ ਪਾਲ ਰਹੀ ਹੈ ਔਰ ਕਿਸ ਤਰੀਕੇ ਨਾਲ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹੀ ਕਾਰਨ ਹੈ ਕਿ ਅਡਾਨੀ, ਜਿਹਦੇ ਬਾਰੇ ਪੂਰੀ ਡਿਟੇਲ ਬਰਸਰ ਸਾਹਿਬ ਤੁਹਾਨੂੰ ਦੇਣਗੇ, ਕਿ 2014 ਦੇ ਵਿੱਚ ਜਦੋਂ ਮੋਦੀ ਦੀ ਸਰਕਾਰ ਆਈ ਸੀ ਉਸ ਵਕਤ 609 ਰੈਂਕ ਸੀ ਉਸਦਾ ਵਰਲਡ ਦੇ ਵਿੱਚ ਅਮੀਰਾਂ ਦੀ ਸੂਚੀ ਦੇ ਵਿੱਚ। ਅੱਜ ਜਿਹੜਾ ਉਹ ਤੀਜੇ ਰੈਂਕ ਤੇ ਅਮੀਰਾਂ ਦੀ ਸੂਚੀ ਦੇ ਵਿੱਚ ਆ ਗਿਆ। ਤੇ ਐਸਾ ਕੀ ਉਸਦੇ ਕੋਲੇ ਗਿੱਦੜ ਸਿੰਘੀ ਹੈਗੀ ਹੈ ਕਿ ਉਸਨੇ ਹਿੰਦੁਸਤਾਨ ਦੀ ਜਨਤਾ ਤੇ ਆਰਥਿਕ ਤੌਰ ਤੇ ਬਦਹਾਲ ਹੋ ਰਹੀ ਹੈ, ਮੰਦੇ ਹਾਲਾਤ ਹੋ ਰਹੇ ਨੇ, ਹਿੰਦੁਸਤਾਨ ਕਰਜ਼ੇ 'ਚ ਡੁੱਬ ਰਿਹਾ, ਹਿੰਦੁਸਤਾਨ ਬਰਬਾਦ ਹੋ ਰਿਹਾ, ਪਰ ਇਹਨਾਂ ਦੇ ਮਿੱਤਰ ਜਿਹੜੇ ਉਹ ਲਗਾਤਾਰ ਵਰਲਡ ਦੇ ਵਿੱਚ ਵੱਡੀਆਂ ਪਲਾਗਾਂ ਪੁੱਟ ਰਹੇ ਨੇ। ਕੋਈ ਨਾ ਕੋਈ ਇਹਦੇ ਪਿੱਛੇ ਜਿਹੜਾ ਹੈਗਾ ਉਹ ਕਾਰਨ ਸਾਰਿਆਂ ਦੇ ਸਾਹਮਣੇ ਹੈਗਾ। ਔਰ ਸਾਰਿਆਂ ਤੋਂ ਵੱਡੀ ਗੱਲ ਮੈਂ ਲਾਸਟ ਗੱਲ ਕਹਿਣੀ ਚਾਹਾਂਗਾ ਕਿ 120 ਬਿਲੀਅਨ ਡਾਲਰ ਦੀ ਜਿਹੜੀ ਪ੍ਰਾਪਰਟੀ ਅਡਾਨੀ ਦੀ ਮਤਲਬ ਕਾਊਂਟ ਕੀਤੀ ਗਈ ਸੀ, ਉਹਨੂੰ ਤੀਜੇ ਨੰਬਰ ਤੇ ਆਇਆ, ਉਹਦੇ ਵਿੱਚੋਂ 100 ਬਿਲੀਅਨ ਡਾਲਰ ਉਹ ਹੈ ਜਿਹੜਾ ਸਿਰਫ ਪਿਛਲੇ 3 ਸਾਲਾਂ ਦੇ ਵਿੱਚ ਵਧਿਆ ਹੈਗਾ। ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਹਿੰਦੁਸਤਾਨ ਨੂੰ ਆਰਥਿਕ ਪੱਧਰ ਤੇ ਖੋਖਲਾ ਕਿਵੇਂ ਕੀਤਾ ਜਾ ਰਿਹਾ। ਤੇ ਮੈਂ ਬੇਨਤੀ ਕਰਾਂਗਾ ਬਰਸਰ ਸਾਹਿਬ ਨੂੰ ਕਿ ਤੁਹਾਨੂੰ ਅੱਜ ਦੇ ਪ੍ਰੋਗਰਾਮ ਬਾਰੇ ਵੀ ਦੱਸਣ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਜਿਹੜੇ ਉਹਨਾਂ ਨੇ ਖੁਲਾਸੇ ਕਰਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਨ। ਧੰਨਵਾਦ ਗਰਗ ਸਾਹਿਬ। ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੰਨੀ ਆਲੂਵਾਲੀਆ ਜੀ, ਜਿਹੜੇ ਚੇਅਰਮੈਨ ਨੇ ਸੀਵਰੇਜ ਐਂਡ ਵਾਟਰ ਸਪਲਾਈ ਬੋਰਡ ਦੇ, ਸ਼ਮਿੰਦਰ ਖਿੰਡਾ ਜੀ ਜਿਹੜੇ ਸੈਕਟਰੀ ਵੀ ਨੇ, ਸਾਡੇ ਚੇਅਰਮੈਨ ਨੇ ਵੀ, ਨੀਲ ਗਰਗ ਜੀ ਵੀ ਸਾਡੇ ਇੰਡਸਟਰੀ ਦੇ ਚੇਅਰਮੈਨ ਨੇ। ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਕਿਉਂਕਿ ਗਰਗ ਸਾਹਿਬ ਨੇ ਕਾਫੀ ਵਿਸਥਾਰ ਦੇ ਵਿੱਚ ਦੱਸਿਆ ਕਿ ਪਿਛਲੇ 2014 ਤੋਂ ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਨੇ, ਉਹਨਾਂ ਨੇ ਕਿਸ ਢੰਗ ਦੇ ਨਾਲ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਪਾਲਣ ਵਾਸਤੇ ਸਾਰੇ ਕਾਨੂੰਨ, ਸਾਰੇ ਸੰਸਥਾਵਾਂ ਦਾ ਤੇ ਲਾ ਕੇ ਸਿਰਫ ਉਹਨਾਂ ਨੂੰ ਮਦਦ ਕੀਤੀ ਹੈ। ਮੋਦੀ ਜੀ ਜਦੋਂ ਸੱਤਾ 'ਚ ਨਹੀਂ ਆਏ ਸੀ ਉਦੋਂ ਗੱਲ ਕਰਦੇ ਸੀ ਕਿ ਮੈਂ ਹਰ ਸਾਲ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕਰੂੰਗਾ, ਕਾਲਾ ਧਨ ਵਿਦੇਸ਼ਾਂ 'ਚੋਂ ਵਾਪਸ ਲਿਆਉਂਗਾ। ਤੁਹਾਡੇ ਯਾਦ ਹੋਊ ਇਹ ਵੀ ਕਿਹਾ ਸੀ ਕਿ ਸਾਰਿਆਂ ਦੇ ਖਾਤਿਆਂ 'ਚ 15-15 ਲੱਖ ਰੁਪਈਆ ਪਵਾ ਦਾਂਗੇ।
ਪਰੰਤੂ ਜਦੋਂ 2014 ਦੇ ਵਿੱਚ ਮੋਦੀ ਜੀ ਸੱਤਾ 'ਚ ਆਏ, ਉਸ ਤੋਂ ਬਾਅਦ ਉਹਨਾਂ ਦਾ ਇੱਕੋ ਹੀ ਕੰਮ ਰਿਹਾ ਕਿ ਉਹਨਾਂ ਨੇ ਨੰਬਰ 1 ਤੇ ਅਡਾਨੀ ਅਦਾਰੇ ਨੂੰ ਉੱਪਰ ਚੱਕਿਆ, ਨੰਬਰ 2 ਤੇ ਅੰਬਾਨੀਆਂ ਨੂੰ ਉੱਪਰ ਚੱਕਿਆ। ਅੱਜ ਦੇ ਜਿਹੜਾ ਸੰਦਰਭ ਆ ਉਹਦੇ ਵਿੱਚ ਅਸੀਂ ਅਡਾਨੀ ਸਾਹਿਬ ਬਾਰੇ ਗੱਲ ਕਰਾਂਗੇ, ਜਿਹੜੇ 2014 ਦੇ ਵਿੱਚ 37,000 ਕਰੋੜ ਦੀ ਦੌਲਤ ਦੇ ਮਾਲਕ ਸੀਗੇ ਔਰ ਉਹਨਾਂ ਦਾ ਵਰਲਡ ਦੇ ਵਿੱਚ ਜਿਹੜਾ ਅਮੀਰਾਂ ਦੀ ਸੂਚੀ 'ਚ 609ਵਾਂ ਨੰਬਰ ਸੀ। ਉਸ ਤੋਂ ਬਾਅਦ 2018 'ਚ ਉਹਨਾਂ ਦੀ ਪ੍ਰਾਪਰਟੀ 59,000 ਕਰੋੜ ਹੋ ਗਈ, 59,000 ਕਰੋੜ, ਔਰ 2020 ਦੇ ਵਿੱਚ ਉਹੀ ਪ੍ਰਾਪਰਟੀ 2.5 ਲੱਖ ਕਰੋੜ ਦੀ ਹੋ ਗਈ, ਔਰ 2022 ਦੇ ਵਿੱਚ 13 ਲੱਖ ਕਰੋੜ ਦੀ ਉਹੀ ਪ੍ਰਾਪਰਟੀ ਹੋ ਗਈ। ਔਰ ਜਿੰਨੇ ਸਾਡੇ ਪਬਲਿਕ ਸੈਕਟਰ ਦੇ ਅਦਾਰੇ ਸੀਗੇ, ਜਿਸ ਤਰ੍ਹਾਂ ਜੀਓ ਨੂੰ ਬੈਨੀਫਿਟ ਦੇਣ ਵਾਸਤੇ ਪਹਿਲੀਆਂ ਸਰਕਾਰਾਂ ਨੇ BSNL ਤੇ ਹੋਰ ਸਾਰੀਆਂ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਖਤਮ ਕੀਤਾ ਹੈ, ਉਸੇ ਤਰ੍ਹਾਂ ਮੋਦੀ ਸਾਹਿਬ ਨੇ ਅਡਾਨੀ ਨੂੰ ਫਾਇਦੇ ਦੇਣ ਵਾਸਤੇ ਜਿਹੜੇ ਮੇਨ ਸਾਡੇ ਪਬਲਿਕ ਸੈਕਟਰ ਦੇ ਅਦਾਰੇ ਸੀ ਉਹਨਾਂ ਦੇ ਉੱਤੇ ਅਡਾਨੀਆਂ ਦਾ ਕਬਜ਼ਾ ਕਰਾਇਆ, ਜਿਹਦੇ ਵਿੱਚ ਕੋਇਲਾ, ਗੈਸ, ਬਿਜਲੀ, ਪਾਣੀ, ਸੜਕ, ਸੀਮੈਂਟ, ਸਟੀਲ, 에ਅਰਪੋਰਟ, ਸੀਪੋਰਟ ਔਰ ਰੇਲਵੇ ਸਟੇਸ਼ਨ ਤੱਕ ਇਹਨਾਂ ਨੇ ਖਰੀਦੇ ਨੇ ਔਰ ਬੜੇ ਸਸਤੇ ਰੇਟਾਂ ਤੇ ਇਹਨਾਂ ਨੂੰ ਠੇਕੇ ਦਿੱਤੇ ਗਏ ਨੇ। ਔਰ ਮੈਂ ਸਮਝਦਾ ਇਹ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡੀ ਲੁੱਟ ਹੈ, ਕਿਉਂਕਿ ਸਾਡਾ ਟੈਕਸ ਦਾ ਪੈਸਾ ਜਿਹੜਾ ਜਮ੍ਹਾਂ ਹੁੰਦਾ ਹੈ ਉਹ ਅਡਾਨੀ ਸਾਹਿਬ ਦੀ ਮਦਦ ਕਰਨ ਵਾਸਤੇ ਬੜੇ ਗੈਰ ਕਾਨੂੰਨੀ ਤਰੀਕੇ ਨਾਲ ਮੋਦੀ ਸਾਹਿਬ ਨੇ ਉਹਨਾਂ ਨੂੰ ਕਰਜ਼ੇ ਦੇ ਰੂਪ ਦੇ ਵਿੱਚ ਦਿੱਤਾ ਹੈ। ਜਿਸ ਤਰ੍ਹਾਂ ਇਹਨਾਂ ਨੇ SBI ਤੋਂ ਤਕਰੀਬਨ ਇਹਨਾਂ ਨੂੰ ਕਾਫੀ ਸਾਰਾ ਕਰਜ਼ਾ ਮੋਦੀ ਸਾਹਿਬ ਨੇ ਦਵਾਇਆ, LIC ਤੋਂ ਇਹਨਾਂ ਨੂੰ ਕਰਜ਼ਾ ਦਵਾਇਆ, ਕਿਉਂਕਿ ਜਿਹੜਾ LIC ਦਾ ਕਰਜ਼ਾ ਸੀਗਾ ਉਹ 36,000 ਕਰੋੜ ਰੁਪਈਆ ਦਵਾਇਆ ਗਿਆ, SBI ਤੋਂ 80,000 ਕਰੋੜ ਰੁਪਈਆ ਬਣਾਇਆ ਗਿਆ। ਇਹਨਾਂ ਨੂੰ ਕਰਜ਼ੇ ਦੇ ਰੂਪ 'ਚ ਬੜਾ ਦਬਾਅ ਪਾ ਕੇ ਬੈਂਕਾਂ ਦੇ ਉੱਤੇ ਮੋਦੀ ਸਾਹਿਬ ਨੇ ਕਰਜ਼ਾ ਦਵਾਇਆ ਔਰ ਇੱਥੇ ਹੀ ਬਸ ਨਹੀਂ, ਕੱਲੇ ਹਿੰਦੁਸਤਾਨ ਦੇ ਅਦਾਰਿਆਂ ਤੇ ਕਬਜ਼ਾ ਨਹੀਂ ਕਰਾਇਆ, ਬਾਹਰਲੇ ਮੁਲਕਾਂ ਦੇ ਵਿੱਚ ਚਾਹੇ ਬੰਗਲਾਦੇਸ਼ ਹੈ ਚਾਹੇ ਸ਼੍ਰੀਲੰਕਾ ਹੈ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ, ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਨੂੰ ਮੋਦੀ ਸਾਹਿਬ ਨੇ ਫੋਨ ਕੀਤਾ ਕਿ ਬਿਜਲੀ ਦਾ ਠੇਕਾ ਅਡਾਨੀ ਜੀ ਨੂੰ ਦਿੱਤਾ ਜਾਵੇ। ਉੱਥੋਂ ਦੇ ਬਿਜਲੀ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੋਦੀ ਜੀ ਦਾ ਫੋਨ ਆਇਆ ਕਿ ਇਹਨਾਂ ਨੂੰ ਠੇਕਾ ਦਿੱਤਾ ਜਾਵੇ। ਕੀ ਮੋਦੀ ਜੀ ਅਡਾਨੀ ਦੇ CEO ਨੇ ਜਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ? ਇਹ ਸਾਡੇ ਵਾਸਤੇ ਠੀਕ ਹੈ, ਤੁਸੀਂ ਕੋਈ ਪਬਲਿਕ ਸੈਕਟਰ ਦਾ ਅਦਾਰਾ ਉਹਦੇ ਵਾਸਤੇ ਕੰਮ ਕਰਨਾ ਚਾਹੁੰਦੇ ਹੋ ਕਰੋ, ਪਰੰਤੂ ਇਹ ਕੀ ਹੋਇਆ ਕਿ ਤੁਸੀਂ ਇੱਕ ਅਡਾਨੀ ਨੂੰ ਉੱਚਾ ਚੱਕਣ ਵਾਸਤੇ ਸਾਰੇ ਦੇਸ਼ ਦੀ ਜਿਹੜੀ ਜੋ ਮਰਿਆਦਾ ਹੈ, ਪ੍ਰਧਾਨ ਮੰਤਰੀ ਦਾ ਜੋ ਸਟੇਚਰ ਹੈ, ਤੁਸੀਂ ਉਹ ਵੀ ਦਾਅ ਤੇ ਲਾ ਰਹੇ ਹੋ। ਔਰ ਉਹ ਸਿਰਫ ਤੇ ਸਿਰਫ ਆਪਣੇ ਸਾਥੀਆਂ ਨੂੰ ਉੱਚਾ ਚੁੱਕਣ ਵਾਸਤੇ ਤੁਸੀਂ ਇਹ ਵੀ ਨਹੀਂ ਸੋਚਦੇ ਕਿ ਹਿੰਦੁਸਤਾਨ ਦੇ 140 ਕਰੋੜ ਜਿਹੜੇ ਲੋਕ ਨੇ ਉਹ ਕੀ ਸੋਚਦੇ ਹੋਣੇ ਤੁਹਾਡੇ ਬਾਰੇ, ਔਰ ਦੁਨੀਆ ਦੇ ਲੋਕ ਕੀ ਸੋਚਦੇ ਹੋਣੇ, ਔਰ ਕਿਸ ਤਰ੍ਹਾਂ ਦੀਆਂ ਵਾਹੀਹਾਤ ਗੱਲਾਂ ਕਰਕੇ ਹਿੰਦੁਸਤਾਨ ਜਿਹੜਾ ਦੁਨੀਆ ਦਾ ਐਡਾ ਵੱਡਾ ਲੋਕ ਰਾਜ ਮੁਲਕ ਹੈ ਉਸ ਦੀ ਜਿਹੜੀ ਸ਼ਾਨ ਹੈ ਉਹਨੂੰ ਮੋਦੀ ਸਾਹਿਬ ਨੇ ਥੱਲੇ ਲਿਆਂਦਾ ਹੈ। ਔਰ ਆਸਟ੍ਰੇਲੀਆ 'ਚ ਇਹਨਾਂ ਨੂੰ ਕੋਲ ਮਾਈਨ ਦਵਾਈ ਮੋਦੀ ਸਾਹਿਬ ਨੇ, ਉੱਥੇ ਖੁਦ ਜਾ ਕੇ ਆਪਣੇ ਜਹਾਜ਼ਾਂ 'ਚ ਲਿਜਾ ਕੇ ਆਪਣੇ ਨਾਲ ਬਿਠਾ ਕੇ ਇਹ ਕਰਦੇ ਰਹੇ ਨੇ ਸਾਰਾ ਕੁਝ। ਔਰ ਮੋਦੀ ਸਾਹਿਬ ਨੇ 2.5 ਲੱਖ ਕਰੋੜ ਦੀ ਜਦੋਂ ਇਹਨਾਂ ਨੂੰ ਘਾਟਾ ਪਿਆ, ਛੋਟੀ ਰਕਮ ਨਹੀਂ, ਪਿਛਲੇ ਸਾਲਾਂ 'ਚ 2.5 ਲੱਖ ਕਰੋੜ ਰੁਪਈਆ ਇਹਨਾਂ ਦਾ ਕਰਜ਼ਾ ਮਾਫ ਕਰਤਾ ਭਾਰਤ ਦੀ ਸਰਕਾਰ ਵੱਲੋਂ। ਕਿੱਡੀ ਵੱਡੀ ਗੱਲ ਹੈ। ਇੱਥੇ ਸਾਡੇ ਕਿਸਾਨ ਭਰਾਵਾਂ ਦਾ, ਪੰਜਾਬ ਦੇ ਪੂਰੇ ਕਿਸਾਨ ਭਰਾਵਾਂ ਦਾ 96,000 ਕਰੋੜ ਹੈ। ਸਾਰੇ ਕਿਸਾਨ ਸੁਸਾਈਡ ਕਰਦੇ ਨੇ, ਸਾਲ ਤੋਂ ਉੱਪਰ ਧਰਨੇ ਦੇ ਕੇ ਆ ਗਏ, ਅੱਜ ਵੀ ਪਰੇਸ਼ਾਨੀ ਦੀ ਹਾਲਤ 'ਚ ਨੇ, ਉਹਨਾਂ ਦਾ ਪੈਸਾ ਮਾਫ ਨਹੀਂ ਕਰਦੇ। ਸਿਰਫ ਇੱਕ ਅਡਾਨੀ ਦਾ 2.5 ਲੱਖ ਕਰੋੜ ਰੁਪਈਆ ਇਹਨਾਂ ਨੇ ਮਾਫ ਕੀਤਾ ਹੈ। ਔਰ ਇਹਨਾਂ ਨੇ ਇੱਕ ਸਿਸਟਮ ਬਣਾਇਆ ਹੈ ਜਿਹਦਾ ਖੁਲਾਸਾ ਹੁਣ ਤੁਹਾਡੇ ਸਾਹਮਣੇ ਹਿੰਡਨਬਰਗ ਰਿਪੋਰਟ ਦੇ ਵਿੱਚ ਆਇਆ ਕਿ ਕਿਸ ਤਰ੍ਹਾਂ ਜਾਲੀ ਕੰਪਨੀਆਂ ਬਣਾ ਕੇ ਉਹਨਾਂ ਦੇ ਨਾਂ ਦੇ ਉੱਤੇ ਤੁਸੀਂ ਫਰਾਡ ਕਰ ਰਹੇ ਹੋ, ਉਹਨਾਂ ਦੇ ਰਾਹੀਂ ਇਨਵੈਸਟਮੈਂਟ ਕਰਕੇ ਆਪਣੇ ਪੈਸੇ, ਆਪਣਾ ਜਿਹੜਾ ਅੰਕੜਿਆਂ ਦੀ ਖੇਡ ਕਰਕੇ ਤੁਸੀਂ ਆਪਣੀ ਰਕਮ ਨੂੰ ਵੱਡਾ ਦਿਖਾ ਕੇ ਹੋਰ ਬੈਂਕਾਂ ਤੋਂ ਕਰਜ਼ੇ ਲੈ ਰਹੇ ਹੋ। ਇਹਦੇ ਨਾਲ ਕੀ ਹੋਇਆ? ਇਹਦੇ ਨਾਲ ਅੱਜ LIC ਖਤਰੇ 'ਚ ਹੈ, ਸਟੇਟ ਬੈਂਕ ਆਫ ਇੰਡੀਆ ਖਤਰੇ 'ਚ ਹੈ, ਔਰ ਸਾਰਾ ਹਿੰਦੁਸਤਾਨ ਜਿਹੜੇ LIC ਦੇ ਵਿੱਚ ਪੈਸੇ ਲੱਗੇ ਨੇ, ਤੁਹਾਡੇ ਯਾਦ ਹੋਊਗਾ LIC ਦਾ ਨਾਰਾ ਸੀਗਾ ਕਿ ਜੀਵਨ ਦੇ ਨਾਲ ਵੀ ਮਰਨ ਦੇ ਬਾਅਦ ਵੀ ਤੁਹਾਡੇ ਨਾਲ ਹੈ LIC। ਅੱਜ ਉਹ ਲੋਕ ਜਿਨ੍ਹਾਂ ਨੇ LIC 'ਚ ਆਮ ਵਰਕਰ ਨੇ, ਆਮ ਸਧਾਰਨ ਪਰਿਵਾਰ ਨੇ, ਜਿਹੜੇ ਆਪਣੇ ਬੱਚਿਆਂ ਦਾ, ਆਪਣੇ ਭਵਿੱਖ ਦਾ
ਇਹ ਸੋਚ ਕੇ ਕਿ ਸੁਰੱਖਿਅਤ ਰਹੇ ਉਹ ਪੈਸਾ LIC ਚ ਲਾਉਂਦੇ ਨੇ, ਪਰੰਤੂ ਅੱਜ ਉਹ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ, ਕਿਉਂਕਿ ਜਿਹੜਾ ਸਾਰਾ ਪੈਸਾ ਮੋਦੀ ਜੀ ਨੇ ਦਬਾਅ ਪਾ ਕੇ ਅਡਾਨੀਆਂ ਨੂੰ ਦਬਾਤਾ, ਔਰ ਅਡਾਨੀ ਜਿਸ ਤਰ੍ਹਾਂ ਬਾਕੀ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਸਾਡੇ ਮੁਲਕ ਦੇ ਵਿੱਚੋਂ ਲੋਕ ਗਏ ਨੇ, ਅਡਾਨੀ ਜੀ ਨੇ ਕਾਲਾ ਧਨ ਤਾਂ ਕੀ ਲਿਆਉਣਾ ਸੀ, ਜਿਹੜੇ ਇਹਨਾਂ ਦੇ ਸਾਥੀ ਦੌੜੇ ਨੇ ਉਹ ਵੀ ਵਾਪਸ ਨਹੀਂ ਲਿਆਂਦੇ, ਨੀਰਵ ਮੋਦੀ ਵਰਗੇ, ਮਾਲੀਆ ਵਰਗੇ। ਔਰ ਅੱਜ ਹਿੰਡਨਬਰਗ ਰਿਪੋਰਟ ਨੇ ਇਹ ਬਿਲਕੁਲ ਸਪਸ਼ਟ ਕਰਤਾ ਕਿ ਅਡਾਨੀ ਸਾਹਿਬ ਸਿਰਫ ਅੰਕੜਿਆਂ ਦੀ ਖੇਡ ਖੇਡ ਕੇ, ਜਾਲੀ ਕੰਪਨੀਆਂ ਬਣਾ ਕੇ, ਉਹਨਾਂ ਦੇ ਵਿੱਚ ਵੱਧ ਮੁਨਾਫੇ ਦਿਖਾ ਕੇ, ਆਪਣੇ ਸ਼ੇਅਰਾਂ ਦੀ ਕੀਮਤ ਵੱਧ ਦਿਖਾ ਕੇ ਹੋਰ ਕੰਪਨੀਆਂ ਤੋਂ ਹੋਰ ਪਾਸਿਓਂ ਲੋਨ ਲੈ ਕੇ ਆਪਣਾ ਕਾਰੋਬਾਰ ਵੱਡਾ ਕਰ ਰਹੇ ਨੇ। ਜਿਸ ਤਰ੍ਹਾਂ ਨੀਲ ਜੀ ਨੇ ਦੱਸਿਆ ਕਿ 2023 ਚ ਇਹ ਦੁਨੀਆ ਦੇ ਤੀਜੇ ਨੰਬਰ ਦੇ ਉੱਤੇ ਅਮੀਰਾਂ ਦੀ ਸੂਚੀ ਚ ਆ ਗਏ। 13 ਲੱਖ ਕਰੋੜ ਰੁਪਏ ਦੀ ਜਿਹੜੀ ਪੂੰਜੀ ਹੋਣਾ, ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ। ਮੈਂ ਸਮਝਦਾ ਕਿ ਆਪਾਂ ਲੋਕ ਸੋਚ ਵੀ ਨਹੀਂ ਸਕਦੇ ਕਿ 13 ਲੱਖ ਕਰੋੜ ਰੁਪਏ ਦਾ ਕੋਈ 2 ਸਾਲਾਂ ਚ ਬੰਦਾ ਪੈਸਾ ਕਮਾ ਸਕਦਾ ਹੈ। ਔਰ ਜਿਸ ਤਰ੍ਹਾਂ ਹਿੰਦੁਸਤਾਨ ਦੀ ਇਕਨੋਮੀ ਬਰਬਾਦ ਕਰਨ ਵਾਸਤੇ ਲੱਖਾਂ ਕਰੋੜ ਦਾ ਕਰਜ਼ਾਈ ਹਿੰਦੁਸਤਾਨ ਨੂੰ ਕਰਤਾ, ਜਿਹੜੇ ਸਾਡੇ ਮੇਨ ਰਿਸੋਰਸਸ ਨੇ ਜਿਨ੍ਹਾਂ ਦੇ ਨਾਲ ਸਾਡੀ ਇਕਨੋਮੀ ਡਿਵੈਲਪ ਹੋਣੀ ਹੈ, ਉਹਨਾਂ ਵੱਲ ਕੋਈ ਧਿਆਨ ਨਹੀਂ ਹੈਗਾ। ਅੱਜ ਮੋਦੀ ਜੀ ਸਾਰਾ ਕੁਝ ਠੇਕੇ ਤੇ ਦੇਈ ਜਾ ਰਹੇ ਨੇ, ਉਹ ਵੀ ਇੱਕੋ ਅਦਾਰਾ, ਅਡਾਨੀ ਅਦਾਰਾ ਜਾਂ ਅਬਾਨੀ ਅਦਾਰਾ। ਅਸੀਂ ਇਸ ਚੀਜ਼ ਦਾ ਬਹੁਤ ਸਖਤ ਵਿਰੋਧ ਕਰਦੇ ਹਾਂ ਜੋ ਮੋਦੀ ਸਾਹਿਬ ਨੇ ਵੱਡੇ ਪੱਧਰ ਦੇ ਉੱਤੇ ਘਪਲੇ ਕਰਵਾਏ ਨੇ ਅਡਾਨੀਆਂ ਨਾਲ ਮਿਲ ਕੇ। ਸਾਡੀ ਪਾਰਟੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ, ਸਾਡੇ ਪੰਜਾਬ ਦੇ ਪ੍ਰਧਾਨ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਹੋਏ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸਟੇਟ ਪੱਧਰ ਤੇ ਅਸੀਂ ਰੋਸ ਦਿਖਾਵੇ ਕਰ ਰਹੇ ਹਾਂ। 11 ਤੋਂ 2 ਵਜੇ ਤੱਕ ਸਾਡਾ ਰੋਸ ਦਿਖਾਵਾ ਸ਼ੁਰੂ ਹੋ ਚੁੱਕਿਆ ਹੈ। ਬੀਜੇਪੀ ਦੇ ਦਫ਼ਤਰ ਦੇ ਸਾਹਮਣੇ ਅਸੀਂ ਰੋਸ ਵਿਖਾਵਾ ਕਰਨਾ ਹੈ, ਔਰ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਕਰ ਰਹੇ ਹਾਂ ਤਾਂ ਕਿ ਹਿੰਦੁਸਤਾਨ ਦੇ ਜਨਤਾ ਨੂੰ ਦੱਸਿਆ ਜਾ ਸਕੇ ਕਿ ਅਡਾਨੀ ਔਰ ਮੋਦੀ ਇੱਕੋ ਹੀ ਚੀਜ਼ ਨੇ, ਕਿਸ ਤਰ੍ਹਾਂ ਇਹ ਰਲ ਕੇ ਹਿੰਦੁਸਤਾਨ ਨੂੰ ਬਰਬਾਦ ਕਰ ਰਹੇ ਨੇ, ਹਿੰਦੁਸਤਾਨ ਦੀ ਜਨਤਾ ਦਾ ਹੱਕ ਲੁੱਟ ਰਹੇ ਨੇ। ਜਿਹੜੀਆਂ ਵੀ ਹਿੰਦੁਸਤਾਨ ਦੀਆਂ ਏਜੰਸੀਆਂ ਨੇ, ਜਿਨ੍ਹਾਂ ਦੇ ਵਿੱਚ ਸੇਬੀ ਹੈ, CBI ਹੈ, ED ਹੈ, ਇਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਹੀ ਮੌਕੇ ਤੇ, ਰਿਜ਼ਰਵ ਬੈਂਕ ਹੈ, ਉਹ ਸਹੀ ਮੌਕੇ ਦੇ ਉੱਤੇ ਸਹੀ ਗਾਈਡਲਾਈਨ ਦੇ ਕੇ ਇਸ ਘਪਲੇ ਨੂੰ ਰੋਕ ਦੇ, ਪਰੰਤੂ ਉਹ ਸਾਰੇ ਇਹਨਾਂ ਦੇ ਹੱਥ ਠੋਕੇ ਬਣੇ ਬੈਠੇ ਨੇ। ਅੱਜ ਜੇ ਪਾਰਲੀਮੈਂਟ ਦੇ ਵਿੱਚ ਇਸ ਚੀਜ਼ ਦਾ ਗੱਲ ਉੱਠੀ ਹੈ ਤਾਂ ਕੋਈ ਵੀ ਅਦਾਰਾ, ਕੋਈ ਵੀ ਮੀਡੀਆ ਚੈਨਲ, ਕੋਈ ਵੀ ਪ੍ਰਿੰਟ ਮੀਡੀਆ ਜਾਂ ਹੋਰ ਮੀਡੀਆ ਉਸ ਗੱਲ ਨੂੰ, ਜਿਹੜੀ ਐਡਾ ਵੱਡਾ ਘੁਟਾਲਾ ਹੈ, ਉਹਨੂੰ ਉਸ ਢੰਗ ਨਾਲ ਨਹੀਂ ਉਠਾ ਰਿਹਾ ਜਿਸ ਤਰ੍ਹਾਂ ਉਠਾਉਣਾ ਚਾਹੀਦਾ ਹੈ। ਔਰ ਸਾਡੇ ਹਿੰਦੁਸਤਾਨ ਦੇ ਲੋਕ ਹਰ ਗੱਲ ਨੂੰ ਦੇਖ ਰਹੇ ਨੇ। ਮੈਂ ਸਮਝਦਾ ਇਹ ਜਿਹੜਾ ਕਾਰਵਾਈ ਮੋਦੀ ਸਾਹਿਬ ਦੀ ਹਿੰਡਨਬਰਗ ਦੀ ਰਿਪੋਰਟ ਦੇ ਨਾਲ ਲੋਕਾਂ ਦੇ ਸਾਹਮਣੇ ਆਈ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮੋਦੀ ਸਾਹਿਬ ਦੇ ਜਿਹੜੀ ਸ਼ਾਸਨ ਦੇ ਵਿੱਚ ਇੱਕ ਆਖਰੀ ਕਿੱਲ ਸਾਬਤ ਹੋਊਗਾ। ਕਿਉਂਕਿ ਜੋ ਬੀਜੇਪੀ ਦਾ ਏਜੰਡਾ ਹੈ, ਜਿਸ ਤਰ੍ਹਾਂ ਉਹ ਖਰੀਦੋ ਫਰੋਖਤ ਕਰਕੇ MLA ਖਰੀਦ ਕੇ ਸਰਕਾਰਾਂ ਬਣਾ ਲੈਂਦੇ ਨੇ, ਜਾਂ ਬਾਕੀ ਜਿਹੜੀਆਂ ਜਾਂਚਾਂ ਹੁੰਦੀਆਂ ਨੇ ਉਹਨੂੰ ਦਬਾ ਲੈਂਦੇ ਨੇ, ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਜਿਹੜੀਆਂ ਸੰਸਥਾਵਾਂ ਸਾਡੇ ਲੋਕ ਰਾਜ ਦੀ ਸ਼ਾਨ ਨੇ, ਚਾਹੇ ਉਹ ਜੁਡੀਸ਼ਰੀ ਹੈ, ਚਾਹੇ ਕੋਈ ਹੋਰ RTI ਐਕਟ ਵਗੈਰਾ ਹੈ, ਜਾਂ ਕੋਈ ਮੀਡੀਆ ਖਾਸ ਤੌਰ ਤੇ, ਉਹ ਸਾਰਿਆਂ ਨੂੰ ਦਬਾ ਕੇ ਮੋਦੀ ਸਾਹਿਬ ਨੇ ਆਪਣੇ ਸਾਥੀਆਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਮਝਦਾ ਹਿੰਦੁਸਤਾਨ ਵਾਸਤੇ ਕਾਲਾ ਦੌਰ ਸ਼ੁਰੂ ਹੋ ਚੁੱਕਿਆ ਹੈ, ਕਿਉਂਕਿ ਜਿੰਨਾ ਕਰਜ਼ਾ ਅੱਜ ਹਿੰਦੁਸਤਾਨ ਦੇ ਸਿਰ ਮੋਦੀ ਸਾਹਿਬ ਨੇ ਚੜਾਤਾ, ਔਰ ਸਾਡੇ ਆਲੇ ਦਾਲੇ ਜਿਹੜੇ ਕਾਰੋਬਾਰ ਕਰਨ ਦੇ ਢੰਗ ਤਰੀਕੇ ਨੇ, ਉਹ ਕੋਈ ਭਾਰਤ ਸਰਕਾਰ ਪ੍ਰਤੀ ਜਾਂ ਭਾਰਤ ਦੇ ਲੋਕਾਂ ਪ੍ਰਤੀ ਹਿੱਤੂ ਨਹੀਂ ਹੈਗੇ, ਉਹ ਇੱਕ ਅਦਾਰੇ ਪ੍ਰਤੀ ਹਿੱਤੂ ਨੇ, ਜਿਹਦੇ ਵਿੱਚ ਅਡਾਨੀ ਤੇ ਅਬਾਨੀਆਂ ਦਾ ਨਾਂ ਬੋਲਦਾ। ਅੱਜ ਅਸੀਂ ਅਡਾਨੀ ਦੇ ਇਸ ਸਾਮਰਾਜ ਦਾ ਵਿਰੋਧ ਕਰਦੇ ਹਾਂ, ਮੋਦੀ ਸਾਹਿਬ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਹਾਂ, ਔਰ ਜੁਆਇੰਟ ਪਾਰਲੀਮੈਂਟ ਕਮੇਟੀ ਦੀ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਪਾਰਲੀਮੈਂਟ ਦੀ ਕਮੇਟੀ ਬਣੇ ਔਰ ਸੁਪਰੀਮ ਕੋਰਟ ਦੀ ਨਿਗਰਾਨੀ ਥੱਲੇ ਲਗਾਤਾਰ ਉਹਦੀ ਜਿਹੜੀ ਪੜਤਾਲ ਹੋਵੇ, ਤਾਂ ਕਿ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਇਨਸਾਫ ਮਿਲ ਸਕੇ। ਮੈਂ ਤੁਹਾਡਾ ਬਹੁਤ ਇੱਕ ਵਾਰ ਫਿਰ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਤੁਸੀਂ ਸਾਡੀ ਗੱਲ ਲੋਕਾਂ ਤੱਕ ਜ਼ਰੂਰ ਪਹੁੰਚਾਓਗੇ, ਔਰ ਸਾਡਾ 11 ਤੋਂ 1 ਵਜੇ ਤੱਕ ਉੱਥੇ ਬੀਜੇਪੀ ਦੇ ਦਫ਼ਤਰ ਅੱਗੇ ਧਰਨਾ ਹੈ। ਹੁਣ ਆਪਾਂ ਸਾਰੇ ਉੱਥੇ ਜਾਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਈ ਕਿਸੇ ਦਾ ਸਵਾਲ ਹੈ ਤਾਂ ਪੁੱਛ ਸਕਦੇ। ਜਿਵੇਂ ਕਹਿ ਰਹੇ ਹੋ ਕਿ ਬਹੁਤ ਕਰਜ਼ਾਈ ਕੀਤਾ ਜਾ ਰਿਹਾ, ਪਰ ਲੋਕ ਵੀ ਇਹ ਵੀ ਸਵਾਲ ਕਰ ਰਹੇ ਨੇ ਕਿ ਪੰਜਾਬ ਸਰਕਾਰ ਵੀ ਕਾਫੀ ਕਰਜ਼ਾ ਲੈ ਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ
ਜੋ ਬਿਜਲੀ ਬੋਰਡ ਨੇ 500 ਕਰੋੜ ਦਾ ਜਿਹੜਾ ਕਰਜ਼ਾ ਲੈ ਕੇ ਲੋਨ ਲੈ ਕੇ ਤਨਖਾਹਾਂ ਦਿੱਤੀਆਂ ਉਸ ਨੂੰ ਕਿਵੇਂ ਦੇਖਦੇ ਹੋ? ਇਹ ਵੀ ਸਵਾਲ ਚੁੱਕਿਆ ਜਾ ਰਿਹਾ ਹੈ ਨਹੀਂ, ਬਿਲਕੁਲ ਤੁਹਾਡਾ ਜਿਹੜੇ ਖਰੀਦੇ ਲੈ ਕੇ ਜਾ ਰਹੇ ਨੇ ਗੁਜਰਾਤ ਦੇ ਵਿੱਚ ਕਾਫੀ ਪੈਸਾ ਲਗਾਇਆ ਆਮ ਆਦਮੀ ਪਾਰਟੀ ਨੇ। ਨਹੀਂ ਕੋਈ ਪੈਸਾ ਨਹੀਂ ਲਾਇਆ ਗੁਜਰਾਤ ਦੇ ਵਿੱਚ। ਗੁਜਰਾਤ 'ਚ ਅਸੀਂ ਆਪਣਾ ਪੈਸਾ ਲਾ ਕੇ ਆਏ ਹਾਂ, ਜਿਹੜੇ ਵਲੰਟੀਅਰ ਗਏ ਸੀਗੇ। ਜਿਹੜੀ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ ਕਿ ਪੰਜਾਬ ਦੇ ਉੱਤੇ ਪਿਛਲੇ 30 ਸਾਲਾਂ 'ਚ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹਿਆ। ਜਿਹੜੇ ਪੰਜਾਬ ਦੇ ਸਾਰੇ ਅਦਾਰੇ ਸੀਗੇ ਉਹਦੇ ਵਿੱਚ ਚਾਹੇ ਬਿਜਲੀ ਬੋਰਡ ਵੀ ਹੈ ਜਾਂ ਹੋਰ ਅਦਾਰੇ ਨੇ, ਉਹ ਸਾਰਿਆਂ ਦਾ ਹਾਲ ਜੋ ਮੰਦਾ ਕੀਤਾ ਪਿਆ ਪਿਛਲੀਆਂ ਸਰਕਾਰਾਂ ਨੇ ਕੀਤਾ ਹੈ। ਮਾਨ ਸਾਹਿਬ ਦੀ ਸਰਕਾਰ, ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਜੋ ਲੋਕਾਂ ਨੂੰ ਸਹੂਲਤਾਂ ਦੇ ਕੇ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਮੈਂ ਸਮਝਦਾ ਪਿਛਲੇ 11 ਮਹੀਨਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਕਹਿਣ ਨੂੰ ਤਾਂ ਵਿਰੋਧੀਆਂ ਕੋਲੇ ਕੋਈ ਸਵਾਲ ਨਹੀਂ ਹੈਗਾ, ਅਸੀਂ ਅੰਕੜਿਆਂ ਦੇ ਆਧਾਰ ਤੇ ਵੀ, ਅਸੀਂ ਗਰਾਊਂਡ ਰਿਐਲਿਟੀ ਤੇ ਜਾ ਕੇ ਵੀ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਹੈ। ਆਮ ਆਦਮੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਹੜੇ ਸੁਧਾਰ ਹੋ ਰਹੇ ਨੇ, ਜਿਸ ਢੰਗ ਦੇ ਨਾਲ ਸਿਹਤ ਸੇਵਾਵਾਂ ਦੇ ਆਧਾਰ ਖੇਤਰ ਦੇ ਵਿੱਚ ਜਾਂ ਲੋਕਾਂ ਨੂੰ 300 ਯੂਨਿਟ ਬਿਜਲੀ ਹਰ ਮਹੀਨੇ ਫ੍ਰੀ ਦੇਣ ਦੇ ਖੇਤਰ 'ਚ ਅੱਜ ਕਿੰਨੇ ਲੋਕਾਂ ਨੂੰ ਸਹੂਲਤ ਮਿਲੀ ਹੈ ਇਸ ਚੀਜ਼ ਦੀ। ਔਰ ਵਿੱਦਿਆ ਖੇਤਰ ਦੇ ਵਿੱਚ ਕਿਵੇਂ ਸੁਧਾਰ ਹੋ ਰਹੇ ਨੇ, ਕਿਵੇਂ ਮੁਹੱਲਾ ਕਲੀਨਿਕ ਬਣ ਕੇ ਪਹਿਲਾਂ 100 ਬਣੇ ਸੀ 500 ਹੋਰ ਬਣ ਗਏ, ਆਉਣ ਵਾਲੇ ਸਮੇਂ 'ਚ ਹੋਰ ਬਣਨਗੇ। ਜਿਹੜਾ ਤੁਸੀਂ ਬਿਜਲੀ ਬੋਰਡ ਦੀ ਗੱਲ ਕਰਦੇ ਹੋ, ਬਿਜਲੀ ਬੋਰਡ ਦਾ ਜਿਹੜਾ ਸਿਸਟਮ ਖਤਮ ਕਰਨ ਵਾਲਾ, ਬਿਜਲੀ ਬੋਰਡ ਦੇ ਜਿਹੜੀ ਇੰਜੀਨੀਅਰ ਨੇ, ਖਾਸ ਤੌਰ ਤੇ ਮੈਂ ਉਹਨਾਂ ਨੂੰ ਬਲੇਮ ਕਰਦਾ, ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਕੋਈ ਪ੍ਰੋਪਰ ਕਦੇ ਪਲੈਨਿੰਗ ਹੀ ਨਹੀਂ ਬਣਾਈ ਬਿਜਲੀ ਬੋਰਡ ਨੂੰ ਡਿਵੈਲਪ ਕਰਨ ਵਾਸਤੇ। ਸਿਰਫ ਵਾਈਟ ਕਾਲਰ ਬਣ ਕੇ ਦਫ਼ਤਰਾਂ 'ਚ ਬੈਠੇ ਨੇ। ਫੀਲਡ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਤਾਰਾਂ ਲਮਕਦੀਆਂ ਨੇ, ਕਿਸ ਤਰ੍ਹਾਂ ਫੀਲਡ ਦੇ ਵਿੱਚ ਡਿਵੈਲਪਮੈਂਟ ਦੀ ਲੋੜ ਹੈ, ਕਿੰਨੇ ਇੰਜੀਨੀਅਰ ਧਿਆਨ ਦਿੰਦੇ ਨੇ, ਕਿਸੇ ਨੇ ਧਿਆਨ ਨਹੀਂ ਦਿੱਤਾ। ਸਿਰਫ ਆਪਣੀ ਰਾਜਨੀਤੀ ਕਰਨ ਵਾਸਤੇ ਇੱਕ ਬਿਆਨ ਦੇ ਕੇ ਸਮਝਦੇ ਨੇ ਕਿ ਅਸੀਂ ਬਹੁਤ ਕੰਮ ਕਰਤਾ। ਇਹ ਕੰਮ ਨਹੀਂ, ਪੰਜਾਬ ਦੇ ਲੋਕ ਕੰਮ ਭਾਲਦੇ ਨੇ ਕਿ ਸਾਨੂੰ ਸਹੀ ਬਿਜਲੀ ਮਿਲੇ, ਬਿਨਾਂ ਰੋਕ ਟੋਕ ਤੋਂ ਅਨਇੰਟਰਪਟਡ ਬਿਜਲੀ ਮਿਲੇ। ਉਹਦੇ ਵਾਸਤੇ ਸਾਡਾ ਸਿਸਟਮ ਅਪਗ੍ਰੇਡ ਕਰਨ ਦੀ ਲੋੜ ਹੈ ਔਰ ਆਮ ਆਦਮੀ ਪਾਰਟੀ ਇਹਦੇ ਵਾਸਤੇ ਲੱਗੀ ਹੋਈ ਹੈ। ਅਸੀਂ ਸਿਸਟਮ ਵੀ ਅਪਗ੍ਰੇਡ ਕਰਾਂਗੇ ਔਰ ਜਿਹੜੇ ਕਰਜ਼ੇ ਨੇ, ਬਿਲਕੁਲ ਠੀਕ ਹੈ, ਕੰਮ ਚਲਾਉਣਾ, ਜਿਹੜਾ ਸਿਸਟਮ ਹੈ ਇੰਨਾ ਵਿਗੜਿਆ ਪਿਆ, ਕੰਮ ਤਾਂ ਚਲਾਉਣਾ ਹੀ ਹੈ ਨਾ। ਜੇ ਆਪਾਂ ਕਹਿ ਦਈਏ ਵੀ ਸਿਸਟਮ ਨੂੰ ਡਿਮੋਲਿਸ਼ ਕਰ ਦਈਏ, ਨਹੀਂ ਅਸੀਂ ਹੁਣ ਦਵਾਂਗੇ, ਅਸੀਂ ਅਪਗ੍ਰੇਡ ਕਰਾਂਗੇ। ਜਿੱਥੇ ਸਾਨੂੰ ਲੋੜ ਹੈ ਹੋਰ ਪੈਸਾ ਲਵਾਂਗੇ ਵੀ ਤੇ ਆਮਦਨ ਦੇ ਸੋਰਸ ਵੀ ਵਧਾਵਾਂਗੇ। ਇਹਦੇ 'ਚ ਨਾ ਇੱਕ ਐਡੀਸ਼ਨ ਹੈ, ਇੱਕ ਮਿੰਟ ਸਰ, ਇੱਕ ਮਿੰਟ, ਇਹ 'ਚ ਛੋਟੀ ਜਿਹੀ ਐਡੀਸ਼ਨ ਆ ਕਰ ਲੈਣ।